ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ, ਤੁਹਾਡਾ ਸਾਰਿਆਂ ਦਾ ਸਵਾਗਤ ਪੰਜਾਬ ਚਰਚਾ ਦੇ ਵਿੱਚ। ਸਟੂਡੀਓਜ਼ ਦੇ ਵਿੱਚ ਮੇਰੇ ਨਾਲ ਮੌਜੂਦ ਨੇ ਸਤੀਸ਼ ਖੋਸਲਾ ਜੀ, ਪੋਲੀਟੀਕਲ ਐਨਾਲਿਸਟ। ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਤੀਸ਼ ਜੀ। थैंक यू वेरी मच सर, थैंक यू। ਖੋਸਲਾ ਸਾਹਿਬ, ਬਹੁਤ ਜ਼ਿਆਦਾ ਐਕਟਿਵ ਹੋ ਚੁੱਕੀ ਹੈ ਮਾਨ ਸਰਕਾਰ। 2 ਮਹੀਨੇ ਹੋਣ ਵਾਲੇ ਨੇ, ਸੋ ਲੋਕਾਂ ਦੀਆਂ ਉਮੀਦਾਂ ਤੇ ਖਰਾ ਉਤਰਨ ਦੀ ਕੋਸ਼ਿਸ਼ ਬਿਲਕੁਲ ਇਦਾਂ ਚੱਲ ਰਿਹਾ ਜਿਵੇਂ ਕ੍ਰਿਕਟ ਕਮੈਂਟਰੀ ਚੱਲ ਰਹੀ ਹੁੰਦੀ ਆ। ਪਲ ਪਲ ਦੀ ਖਬਰ, ਇਸ ਬਾਲ ਦੇ ਉੱਤੇ ਕਿੰਨੇ ਸਕੋਰ ਬਣੇ, ਇਸ ਬਾਲ ਦੇ ਉੱਤੇ ਚੌਕਾ ਵੱਜਿਆ ਕਿ ਛੱਕਾ ਵੱਜਿਆ। ਸੋ ਲੋਕ ਇਸ ਤਰ੍ਹਾਂ ਜੁੜੇ ਹੋਏ ਨੇ ਸਰਕਾਰ ਦੇ ਨਾਲ, ਪਰ ਬਿਊਰੋਕ੍ਰੇਸੀ ਸੇਮ ਹੈ, ਟੀਮ ਉਹੀਓ ਹੈ, ਪਰ ਖੇਡਣ ਵਾਲੇ ਬਦਲ ਗਏ। ਜੋ ਉੱਪਰ ਸਿਰ ਦੇ ਉੱਤੇ ਬੈਠੇ ਨੇ, 92 ਵਿਧਾਇਕ ਚੁਣ ਕੇ ਆਏ ਨੇ, ਜਿੰਨੇ ਐਕਟੀਵੇਟ ਨੇ ਇਸ ਵਕਤ ਕੰਮ ਕਰ ਰਹੇ ਨੇ, ਉਹ ਸਾਰੇ ਨਵੇਂ ਨੇ, ਪਰ ਬਿਊਰੋਕ੍ਰੇਸੀ ਸੇਮ ਹੈ। ਤੁਹਾਨੂੰ ਲੱਗਦਾ ਕਿ ਸੁਪਨੇ ਸੱਚ ਹੋ ਸਕਣਗੇ ਲੋਕਾਂ ਦੇ? ਇਹ ਬਿਊਰੋਕ੍ਰੇਸੀ ਸਾਥ ਦੇਵੇਗੀ ਮਾਨ ਸਰਕਾਰ ਦਾ? दरअसल लोगों ने बहुत सारी आशा रखी आ मान सरकार से, क्योंकि बेसिकली लोग पुराने सिस्टम तो वही सीगा, सरकारां सीगियां, सरकारां तो 15-20 साल का जिहड़ा अरसा सीगा बहुत दुखी से। हुण लोगों ने बहुत आशा रखी है। सर्टेनली ब्यूरोक्रेसी का भी अहम रोल है इत्थे। ब्यूरोक्रेसी जे ना होवे, ब्यूरोक्रेसी पॉलिसी फ्रेमवर्क भी हुंदे आ ते ब्यूरोक्रेसी पॉलिसी इंप्लीमेंटर भी हुंदे। ये दोनों पासे उन्हां दा अहम रोल हुंदा आ। पर हजे असीं ये देखांगे भी हजे मान सरकार नूं बहुत थोड़ा समा होया। रोम वाज नॉट बिल्ट इन ए डे। अजे डेढ़ महीना ही पूरा होया भी जिहड़ा असीं इन्हां दी समझ लईए कि परफॉर्मेंस नूं एनालाइज करिए। परफॉर्मेंस नूं एनालाइज करन दे लई सानूं थोड़ा टाइम होर चाहीदा आ, क्योंकि देखो जे ब्यूरोक्रेसी नूं भी करना आ तां ब्यूरोक्रेसी दे विच ਜਿਹੜੀਆਂ ਸਮਝ ਲਓ ਇਹਨਾਂ ਦੇ ਸਰਵਿਸ ਰੂਲਸ ਹੈਗੇ ਆ, ਉਹਦੇ ਵਿੱਚ ਵੀ 3 ਮਹੀਨੇ ਦਾ ਸਮਾਂ ਰੱਖਿਆ ਗਿਆ ਆ ਇਹਨਾਂ ਦੀ ਪਰਫਾਰਮੈਂਸ ਨੂੰ ਨੋਟ ਕਰਨ ਲਈ ਵੀ 3 ਮਹੀਨਿਆਂ ਦੇ ਵਿੱਚ ਇਹ ਕੀ ਕਰਦੇ ਆ, ਚੰਗੇ ਆ, ਮਾੜੇ ਆ, ਆਊਟਸਟੈਂਡਿੰਗ ਆ, ਘਟੀਆ, ਵਧੀਆ ਆ, ਕੀ ਹੈਗਾ। 3 ਮਹੀਨੇ ਦਾ ਅਜੇ ਸਮਾਂ ਉਹਨਾਂ ਨੂੰ ਬਿਊਰੋਕਰੇਟਸ ਨੂੰ ਵੀ ਦਿੱਤਾ ਜਾਂਦਾ ਹੈ। ਦੂਜੀ ਗੱਲ ਇਹਦੇ ਵਿੱਚ ਹੈਗੀ ਆ ਕਿ ਬਿਊਰੋਕਰੇਟਸ ਨੇ ਇੰਡੀਪੈਂਡੈਂਟ ਬਿਊਰੋਕਰੇਟਸ ਜੇ ਕੰਮ ਕਰਨਗੇ ਤਾਂ ਸਰਟਨਲੀ ਸਟੇਟ ਦਾ ਫਾਇਦਾ ਹੋਏਗਾ, ਸਰਕਾਰ ਦਾ ਫਾਇਦਾ ਹੋਏਗਾ, ਸਭ ਦਾ ਫਾਇਦਾ ਹੋਏਗਾ। ਪਰ ਸਾਡੀ ਬਦਕਿਸਮਤੀ ਵੀ ਹੈ ਇਹਦੇ ਵਿੱਚ, ਕਿਉਂਕਿ ਸਾਡੇ ਕੋਲ ਕਮਿਟਡ ਬਿਊਰੋਕ੍ਰੇਸੀ ਵੀ। ਬਹੁਤ ਸਾਰੇ ਲੋਕ ਕਮਿਟਡ ਬਿਊਰੋਕ੍ਰੇਸੀ ਦੇ ਵਿੱਚ ਬਲੀਵ ਕਰਦੇ ਆ। ਉਹ ਇਸ ਤਰ੍ਹਾਂ ਨਾ ਭਈ, ਜੇ ਮਿਸਾਲ ਦੇ ਤੌਰ ਤੇ ਜੇ ਕੋਈ ਬੰਦਾ ਸਪੋਜ਼ ਕਰੋ ਪੋਲੀਟੀਕਲ ਬੰਦਾ ਆ, ਕੋਈ ਕਿਸੇ ਸਟੇਟ ਦਾ ਵੀ, ਇਕੱਲੇ ਪੰਜਾਬ ਦੀ ਗੱਲ ਨਹੀਂ ਆਪਾਂ ਕਰਦੇ, ਕਿਸੇ ਸਟੇਟ ਦਾ ਹੋਵੇ, ਸੈਂਟਰਲ ਗਵਰਨਮੈਂਟ ਦਾ ਹੋਵੇ। ਹੁਣ ਇੱਕ ਮੈਂ ਐਗਜ਼ਾਮਪਲ ਦੇਵਾਂ, ਪ੍ਰਾਈਮ ਮਿਨਿਸਟਰ ਆ ਸਾਡੇ, ਗੁਜਰਾਤ ਤੋਂ ਸਾਰਾ IAS ਕੇਡਰ ਚੱਕ ਕੇ ਦਿੱਲੀ ਲੈ ਆਉਂਦਾ। ਸੋ ਇਹ ਕਮਿਟਡ ਬਿਊਰੋਕ੍ਰੇਸੀ ਦੀ ਇੱਕ ਐਗਜ਼ਾਮਪਲ ਆ। ਇਸੇ ਤਰ੍ਹਾਂ ਬਹੁਤ ਸਾਰੇ ਪੋਲੀਟੀਕਲ ਬੰਦਿਆਂ ਦੇ ਲਿੰਕ ਹੁੰਦੇ ਆ ਪੁਰਾਣੇ ਲੋਕਾਂ ਦੇ ਨਾਲ। ਬਿਊਰੋਕਰੇਟਸ ਦੇ ਵੀ ਇਸ ਤਰ੍ਹਾਂ ਆ। ਉਹ ਹੌਲੀ ਹੌਲੀ ਪਤਾ ਲੱਗੂਗਾ, ਮਾਨ ਸਰਕਾਰ ਨੂੰ ਵੀ ਪਤਾ ਲੱਗੂਗਾ, ਲੋਕਾਂ ਨੂੰ ਵੀ ਪਤਾ ਲੱਗੂਗਾ ਵੀ ਇੰਡੀਪੈਂਡੈਂਟ ਬਿਊਰੋਕਰੇਸੀ ਕੀ ਕੰਮ ਕਰ ਸਕਦੀ ਹੈ। ਜੇ ਇੰਡੀਪੈਂਡੈਂਟ ਕੰਮ ਕਰਨਗੇ, ਜੇ ਪਾਲਿਸੀ ਬਣਾਉਣ ਦੇ ਵਿੱਚ ਮਾਨ ਸਰਕਾਰ ਦਾ ਸਹਿਯੋਗ ਦੇਣਗੇ, ਪਲੱਸ ਇੰਪਲੀਮੈਂਟੇਸ਼ਨ ਦੇ ਵਿੱਚ ਦੇਣਗੇ, ਤਾਂ ਸਰਟਨਲੀ ਮਾਨ ਸਰਕਾਰ ਕਾਮਯਾਬ ਰਹੇਗੀ। ਦੇਖੋ, ਹਰ ਪਾਸੇ ਸਕੈਮ, ਹਰ ਪਾਸੇ ਕਪਲੇ, ਜਿੱਧਰ ਮਰਜ਼ੀ ਨਜ਼ਰ ਮਾਰੋ, ਜਿੱਧਰ ਮਰਜ਼ੀ ਹੱਥ ਮਾਰੋ, ਸਾਰੇ ਇਨਵੋਲਵ, ਪੋਲੀਟੀਸ਼ੀਅਨਸ ਇਨਵੋਲਵ, ਬਿਊਰੋਕ੍ਰੇਸੀ ਇਨਵੋਲਵ, ਵੱਖ-ਵੱਖ ਡਿਪਾਰਟਮੈਂਟ ਇਨਵੋਲਵ। ਦੇਖੋ, ਧਰਨੇ ਤੇ ਬੈਠੇ ਨੇ, ਹੁਣ ਪਟਵਾਰੀਆਂ ਦਾ ਧਰਨਾ ਖਤਮ ਹੋਇਆ, ਉੱਥੇ ਵੀ ਇਨਵੋਲਵਮੈਂਟ। ਪਬਲਿਕ ਕਹਿੰਦੀ ਹੈ ਕਿ ਇੱਥੇ ਜੋ ਕੁਝ ਹੁੰਦਾ ਹੈ ਸਭ ਨੂੰ ਪਤਾ, ਹਰ ਡਿਪਾਰਟਮੈਂਟ 'ਚ ਕੀ ਕੁਝ ਹੁੰਦਾ ਹੈ ਸਭ ਨੂੰ ਪਤਾ, ਹਰ ਥਾਂ ਦੇ ਉੱਤੇ ਭ੍ਰਿਸ਼ਟਾਚਾਰ। ਮੈਂ ਨੈਗੇਟਿਵ ਨਹੀਂ ਹਾਂ, ਪਰ ਅਸਲੀਅਤ ਤੋਂ ਮੁਨਕਰ ਵੀ ਨਹੀਂ ਹੋਣਾ ਚਾਹੀਦਾ। ਇਸ ਸਥਿਤੀ ਦੇ ਵਿੱਚ ਮਾਨ ਸਾਹਿਬ ਇੱਕ ਥਾਂ ਤੇ ਕਹਿੰਦੇ ਨੇ, ਜਦੋਂ ਉਹਨਾਂ ਨੇ ਜੁਆਇਨ ਕੀਤਾ, ਕਿ 99% ਲੋਕ ਇਮਾਨਦਾਰ ਨੇ, 1% ਲੋਕ ਬੇਈਮਾਨ ਨੇ, ਜਿਸ ਕਰਕੇ 99% ਬਦਨਾਮ ਹੋ ਜਾਂਦੇ ਨੇ। ਤੇ ਜੇ 99% ਲੋਕ ਇਮਾਨਦਾਰ ਨੇ, 1% ਲੋਕ ਸਿਰਫ ਬੇਈਮਾਨ ਨੇ, ਤਾਂ ਫਿਰ ਇਹ WhatsApp ਨੰਬਰ ਲਾਂਚ ਕਰਨ ਦੀ ਕੀ ਲੋੜ ਪੈ ਗਈ ਸੀ ਕਿ ਮੈਨੂੰ ਤੁਸੀਂ ਰਿਪੋਰਟ ਕਰੋ। 1% ਤੇ ਵੈਸੇ ਹੀ ਕਾਬੂ ਆ ਜਾਂਦੇ ਨੇ, 99% ਮਿਲ ਕੇ ਕਾਬੂ ਕਰ ਸਕਦੇ ਨੇ। ਇਹ ਗਿਣਤੀ ਉਲਟ ਹੈ, 1% ਇਮਾਨਦਾਰ ਨੇ, 99% ਬੇਈਮਾਨ ਨੇ, ਆਪਾਂ ਸਾਰੇ ਜਾਣਦੇ ਹਾਂ। ਫਿਰ ਵੀ ਪੋਸੀਬਿਲਿਟੀ ਤੁਹਾਨੂੰ ਦਿਖਾਈ ਦੇ ਰਹੀ ਹੈ। ਇਹ ਪੁਰਾਣੀਆਂ ਆਦਤਾਂ, ਇਹ ਬੁਰਾਈਆਂ, ਇਹ ਪੁਰਾਣੀ ਲੱਤ ਰਿਸ਼ਵਤ ਖਾਣ ਦੀ, ਭ੍ਰਿਸ਼ਟਾਚਾਰ ਦੀ ਛੁੱਟ ਜਾਊਗੀ ਜਲਦੀ ਜਲਦੀ ਬਿਊਰੋਕ੍ਰੇਸੀ ਤੋਂ? ਨਹੀਂ, ਮੈਂ ਇਹਨਾਂ ਸਹਿਮਤੀ ਨਾ ਮਾਨ ਸਾਹਿਬ ਦੀ ਮੈਂ ਸਟੇਟਮੈਂਟ ਨਾਲ ਸਹਿਮਤ ਹਾਂ। 99% ਜਿਹੜੇ ਉਹ ਕਹਿੰਦੇ ਆ ਇਮਾਨਦਾਰ ਆ, ਉਹ ਗਲਤ ਹੈ। 1% 99 1% ਜਿਹੜੇ ਕਹਿੰਦੇ
ਆ ਵੀ ਉਹ ਭ੍ਰਿਸ਼ਟ ਹੈਗੇ ਆ, ਇਹ ਗਲਤ ਆ ਸਾਰਾ। ਜਿਹੜੀ ਕਰਪਸ਼ਨ ਆ ਦੈਟ ਹੈਜ਼ ਬਿਕਮ ਏ ਵੇ ਆਫ ਲਾਈਫ। ਕਰਪਸ਼ਨ ਦੇ ਨਾਲ ਬਿਊਰੋਕਰੇਟਸ, ਪੋਲੀਟੀਸ਼ੀਅਨ ਪਲੱਸ ਸਾਡਾ ਕਾਰਪੋਰੇਟ ਵਰਲਡ ਜਿਹਦੇ ਵਿੱਚ ਠੇਕੇਦਾਰੀ ਪ੍ਰਥਾ ਹੈ, ਜਿੰਨਾ ਚੱਕਰ ਇਹ ਨੈਕਸਸ ਚੱਲਦੇ ਆ ਤਾਂ ਕਰਪਸ਼ਨ ਦਾ ਤਾਂ ਮਤਲਬ ਇਮਾਨਦਾਰੀ ਦਾ ਨਾਂ ਤੱਕ ਨਹੀਂ ਹੈਗਾ ਕਿਤੇ ਵੀ। ਛੋਟੇ ਤੋਂ ਲੈ ਕੇ ਬੰਦੇ ਚਪੜਾਸੀ ਤੋਂ ਲੈ ਕੇ ਚੀਫ ਕੈਬਨਿਟ ਸੈਕਟਰੀ ਤੱਕ ਬਿਊਰੋਕ੍ਰੇਸੀ ਹੈ ਜਿਹੜੀ ਆ, ਇਹ ਬਿਲਕੁਲ ਗਲਤ ਮਾਨਸਾ ਦਾ ਅੰਦਾਜ਼ਾ ਹੈਗਾ ਕਿ 99% ਜਿਹੜੇ ਆ ਇਮਾਨਦਾਰ ਹੈ। ਸੈਕੰਡ ਚੀਜ਼ ਇਹਦੇ ਵਿੱਚ ਹੈਗੀ ਆ ਵੀ ਜੇ ਚੈੱਕ ਰੱਖੂਗੇ, ਹੁਣ ਸਰਕਾਰ ਤੇ ਡਿਪੈਂਡ ਕਰਦਾ ਆ ਉਹਨੂੰ ਕਿੱਦਾਂ ਚੈੱਕ ਕਿੱਦਾਂ ਕਰਨਾ ਹੈ। 99% ਜਿਹੜੀ ਇਹ ਗੱਲ ਕਰਦੇ ਆ, ਅਸੀਂ ਤਾਂ ਕਹਿੰਦੇ ਆ ਇੰਨੇ ਕਰਪਟ ਹੈਗੇ ਆ, ਇਹ ਇਹਨਾਂ ਤੇ ਹੁਣ ਹਰ ਰੋਜ਼ ਤਾਂ ਫੜੇ ਜਾਂਦੇ ਆ। ਕੋਈ ਐਸਪੀ ਫੜਿਆ ਜਾਂਦਾ ਆ, ਕੋਈ ਡੀਜੀਪੀ ਫੜਿਆ ਜਾਂਦਾ ਆ, ਕੋਈ ਅੰਡਰ ਸੈਕਟਰੀ ਸੁਪਰਡੈਂਟ, ਜਿਹੜੇ ਬੰਦੇ ਵੀ ਹਰ। ਔਰ ਜੇ ਇਮਾਨਦਾਰੀ ਜੇ ਕਰਪਸ਼ਨ ਤਾਂ ਦੇ ਹੈ ਜਿੰਨਾ ਚੱਕਰ ਸ਼ਿਲਟਰ ਆ ਸਭ, ਹਰ ਬੰਦੇ ਨੂੰ ਕਿਸੇ ਨਾ ਕਿਸੇ ਬੰਦੇ ਦਾ, ਚਾਹੇ ਉਹ ਬਿਊਰੋਕਰੇਟਸ ਨੇ ਚਾਹੇ ਪੋਲੀਟੀਸ਼ੀਅਨ ਆ, ਜਿੰਨਾ ਚੱਕਰ ਸ਼ਿਲਟਰ ਆ ਉਹਨਾਂ ਚੱਕਰ ਉਹ ਖੂਬ ਮਜ਼ੇ ਲੈਂਦੇ ਆ। ਔਰ ਜਿਸ ਵੇਲੇ ਉਹ ਨੈਕਸਸ ਟੁੱਟ ਜਾਂਦੇ ਆ, ਕਿਸੇ ਵੇਲੇ ਕੋਈ ਸਟੇਜ, ਕਈ ਵਾਰੀ ਤਾਂ ਇਹ ਵੀ ਹੁੰਦਾ ਆ ਖੰਨਾ ਸਾਹਿਬ ਵੀ ਵੰਡ ਵੰਡਈਏ ਤੇ ਆ ਕੇ ਰੌਲਾ ਪੈ ਜਾਂਦਾ ਹੈ। ਜੇ ਸਪੋਜ਼ ਕਰੋ 10 ਰੁਪਏ ਦਾ ਕੋਈ ਘਟਾਲਾ ਹੈਗਾ ਆ, ਮੰਨ ਲਓ ਵੀ ਉਹਦੇ ਵਿੱਚ ਵੰਡਣੇ ਕਿੰਨੇ, 5 ਲੈਣੇ ਆ, 2 ਕਿੱਦਾਂ ਸ਼ੇਅਰ ਲੈਣਾ ਆ, ਉਹਦੇ ਵਿੱਚ ਵੀ ਰੌਲਾ ਪੈ ਜਾਂਦਾ ਆ। ਸੋ ਕਰਪਸ਼ਨ ਤਾਂ ਮਾਨ ਸਾਹਿਬ ਨੂੰ ਹੁਣ ਜਦ ਸੀਟ ਤੇ ਬੈਠੇ ਆ, ਹੁਣ ਪਤਾ ਲੱਗਣਾ ਆ ਵੀ ਕਰਪਸ਼ਨ ਇਹਨਾਂ ਕੋਲ ਵੀ ਕਿੱਦਾਂ ਆਉਂਦੇ ਆ ਲੋਕ, ਠੇਕੇਦਾਰ ਕਿੱਦਾਂ ਆਉਂਦੇ ਆ, ਫੈਕਟਰੀ ਵਾਲੇ ਜਾਂ ਹੋਰ ਦੂਜੇ ਤੀਜੇ ਕਿੱਦਾਂ ਆਉਂਦੇ ਆ, ਕਿੱਦਾਂ ਕਰਪਸ਼ਨ ਵੱਧਦੀ ਤੇ ਫੁੱਲਦੀ ਆ। ਇਹ ਕੋਈ ਅੱਜ ਦਾ ਕੰਮ ਨਹੀਂ ਹੈਗਾ। ਕਰਪਸ਼ਨ ਹੈਜ਼ ਬੀਨ ਇਨ ਆਵਰ ਸਿਸਟਮ ਸਿੰਸ ਟਾਈਮ ਇਮੋਰੀਅਲ। ਇਹ ਕੋਈ ਅੱਜ ਦੀ ਗੱਲ ਨਹੀਂ ਹੈਗੀ। ਹੁਣ ਜੇ ਇਹ ਕਹਿਣ ਕਿ ਕਰਪਸ਼ਨ ਅਸੀਂ ਖਤਮ ਕਰ ਲਵਾਂਗੇ ਫਿਰ ਤਾਂ ਗੱਲ ਚੰਗੀ ਆ, ਪਰ ਕਰਪਸ਼ਨ ਇਟ ਇਜ਼ ਨਾਟ ਐਨ ਈਜ਼ੀ ਜੌਬ ਟੂ ਗੈਟ ਰਿਡ ਆਫ ਇਟ। ਜੀ, ਕਿਉਂਕਿ ਤੁਸੀਂ ਗੱਲ ਕੀਤੀ ਕਿ ਇਹਨਾਂ ਦੇ ਸਰਵਿਸ ਰੂਲਸ ਕੀ ਕਹਿੰਦੇ ਨੇ, ਤੁਸੀਂ 3 ਮੰਥਸ ਦੇ ਕੰਮ ਦੀ ਵੀ ਗੱਲ ਕੀਤੀ ਆ ਕਿ 3 ਮੰਥਸ ਮਿਲਣੇ ਚਾਹੀਦੇ ਨੇ। ਫਿਰ ਅਸੀਂ ਗੱਲ ਕਰਦੇ ਹਾਂ ਐਨੂਅਲ ਕੌਨਫੀਡੈਂਸ਼ੀਅਲ ਰਿਪੋਰਟ ਜਿਹਨੂੰ ACR ਕਿਹਾ ਜਾਂਦਾ। ਸੋ ਇਹ ਤਮਾਮ ਤਰ੍ਹਾਂ ਦੀਆਂ ਬੁੱਕਸ ਨੇ, ਤਮਾਮ ਤਰ੍ਹਾਂ ਦੇ ਲਾਜ਼ ਨੇ। ਇਟਸ ਓਕੇ, ਕੌਨਸਟੀਟਿਊਸ਼ਨ ਹੈ, ਇਟਸ ਓਕੇ। ਅਸੀਂ ਸਮਝਦੇ ਹਾਂ ਕਿ ਇੱਦਾਂ ਫੈਡਰਲ ਸਿਸਟਮ, ਫੈਡਰਲ ਸਟਰਕਚਰ ਇੱਦਾਂ ਕੰਮ ਕਰਦਾ, ਬਟ ਦੇਅਰ ਇਜ਼ ਅ ਡੀਪ ਸਟੇਟ ਜਿਹਨੂੰ ਡਾਰਕ ਵਰਡ ਕਵਾਂਗੇ, ਕਾਲੀ ਦੁਨੀਆ। ਅਸੀਂ ਜਾਣਦੇ ਹਾਂ ਹਰ ਡਿਪਾਰਟਮੈਂਟ ਦੀ ਕਾਲੀ ਦੁਨੀਆ ਜੋ ਛੁਪੀ ਹੋਈ ਹੈ, ਅੰਦਰ ਦੀਆਂ ਖੇਡਾਂ। ਉਹ ਖੇਡਾਂ ਜਿਹੜੀਆਂ ਨੇ ਉਹਨਾਂ ਦਾ ਜਵਾਬ ਦੇਣਾ, ਇਹ ਪੁਰਾਣੇ ਜਿਹੜੇ ਘਾਗ ਬੈਠੇ ਨੇ ਬਹੁਤ ਦੇਰ ਦੇ ਸਿਸਟਮ ਦੇ ਉੱਤੇ ਹਾਵੀ ਬੈਠੇ ਨੇ। ਇੱਕ ਕਲਾਸ ਹੈ ਜਿਹਨੇ ਨਾਮ ਵੀ ਕਮਾਇਆ, ਪੈਸਾ ਵੀ ਕਮਾਇਆ। ਉਹ ਕਲਾਸ ਲੌਬਿੰਗ ਕਰਨਾ ਜਾਣਦੀ ਆਫਿਸਰਸ ਦੀ। ਉਹ ਕਲਾਸ ਜਾਣਦੀ ਹੈ ਕਿ ਪਰਦੇ ਦੇ ਪਿੱਛੇ ਖੇਡ ਕੇ ਸਿਆਸੀ ਗੇਮ ਕਿੱਦਾਂ ਖੇਡਣੀ ਹੈ, ਪਰਦੇ ਦੇ ਪਿੱਛੇ ਲੁੱਕ ਕੇ। ਉਹ ਇਹ ਜਾਣਦੇ ਨੇ ਕਿ ਵੱਖੋ-ਵੱਖ ਪੋਲੀਟੀਸ਼ੀਅਨਸ ਨੂੰ ਆਪਣੀਆਂ ਉਂਗਲਾਂ ਤੇ ਕਿਵੇਂ ਨਚਾਉਣਾ ਹੈ। ਉਹ ਇੱਕ ਕਲਾਸ, ਜ਼ਬਰਦਸਤ ਕਲਾਸ ਆ। ਸੋ ਇਹ ਸਭ ਜਿਹੜੀ ਡੀਪ ਸਟੇਟ ਨੂੰ ਕੰਟਰੋਲ ਕਰਦੀ ਹੈ, ਡਾਰਕ ਵਰਡ ਨੂੰ ਕੰਟਰੋਲ ਕਰਦੀ ਹੈ, ਇਹਦਾ ਜਵਾਬ ਕਿਵੇਂ ਦੇਣਾ? ਇਹ ਨਵੇਂ ਬੰਦੇ, ਇਹਨਾਂ ਨੂੰ ਸਿਰਫ ਫੈਡਰਲ ਸਿਸਟਮ ਦਾ, ਸਿਰਫ ਲਾਜ਼ ਦਾ ਪਤਾ ਹੈ, ਡੀਪ ਸਟੇਟ ਦਾ ਨਹੀਂ ਪਤਾ ਕਿ ਉਹ ਕਾਲੀ ਦੁਨੀਆ ਕਿੱਦਾਂ ਵਰਕ ਕਰਦੀ ਆ, ਜਿਹਨੇ ਸਭ ਕੁਝ ਕੰਟਰੋਲ ਕੀਤਾ ਹੋਇਆ। ਕਦੀ ਅਸੀਂ ਉਹਨੂੰ ਮਾਫੀਆ ਕਹਿ ਦਿੰਦੇ ਹਾਂ, ਕਦੀ ਅਸੀਂ ਉਹਨੂੰ ਕੋਈ ਹੋਰ ਨਾਂ ਦੇ ਦਿੰਦੇ ਹਾਂ, ਬਟ ਉਹ ਡੀਪ ਸਟੇਟ ਨੂੰ ਕਿੱਦਾਂ ਕੰਟਰੋਲ ਕਰਨਗੇ? ਖੰਨਾ ਸਾਹਿਬ, ਅੰਡਰ ਦਾ ਐਗਜ਼ਿਸਟਿੰਗ ਸਰਕਮਸਟੈਂਸਸ ਵੀ ਆਰ ਇਨ ਡਾਊਟਫੁਲ। ਕਿਉਂਕਿ ਡਾਊਟਫੁਲ ਇਸ ਤਰ੍ਹਾਂ ਆ, ਇਹ ਨੈਕਸਸ ਬਹੁਤ ਵੱਡੇ ਆ, ਇਹਨਾਂ ਦੀਆਂ ਜੜ੍ਹਾਂ ਬਹੁਤ ਵੱਡੀਆਂ ਹੈਗੀਆਂ। ਕਦੀ ਕਦਾਈ ਕੋਈ ਫਸਦਾ ਆ, ਜਿਹੜੇ ਮੈਂ ਪਹਿਲਾਂ ਵੀ ਗੱਲ ਕੀਤੀ ਆ ਕਿ ਕੋਈ ਸ਼ਹਿਰ ਦੇ ਵਿੱਚ ਫਸ ਗਿਆ, ਕੋਈ ਆਪਸ ਵਿੱਚ ਦੁਸ਼ਮਣੀ ਦੇ ਵਿੱਚ ਫਸ ਗਿਆ, ਕੋਈ ਇਸ ਤਰ੍ਹਾਂ ਤਾਂ ਹੋ ਸਕਦਾ ਆ। ਪਰ ਅਦਰਵਾਈਜ਼ ਬਿਊਰੋਕ੍ਰੇਸੀ ਜਿਹੜੀ ਆ ਬਹੁਤ ਵੱਡੀ ਇੱਕ ਹੁਣ ਇਹ ਸਲਰ ਬਣ ਗਿਆ। ਕਿਸੇ ਵੇਲੇ ਤਾਂ ਬਿਊਰੋਕ੍ਰੇਸੀ ਪਬਲਿਕ ਸਰਵੈਂਟਸ ਕਹਿੰਦੇ ਸੀ ਇਹਨਾਂ ਨੂੰ, ਅੱਜ ਪਬਲਿਕ ਸਰਵੈਂਟਸ ਨਹੀਂ ਹੈਗੇ, ਅੱਜ ਤਾਂ ਇਹ ਰੂਲਰ ਬਣੇ ਹੋਏ ਆ ਸਾਡੇ ਉੱਤੇ। ਜਿਹੜੀ ਬਿਊਰੋਕ੍ਰੇਸੀ ਆ ਇਹ ਰੂਲਰ ਹੈਗੀ ਆ ਸਾਡੇ ਉੱਤੇ। ਜੇ ਅਸੀਂ ਇਹਨਾਂ ਦੀ ਗੱਲ ਕਰੀਏ, ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਹੈ, ਜੇ IAS IPS ਜਾਂ ਜਿੰਨੇ ਵੀ ਹੋਰ ਸੈਂਟਰਲ ਸਿਵਲ ਸਰਵਿਸ ਦੇ ਉੱਤੇ ਸਾਡੇ ਬੰਦੇ ਆਉਂਦੇ ਆ, ਇਹ ਬਹੁਤ ਸਾਰੇ ਲੋਕ ਤਾਂ ਡੈਪੂਟੇਸ਼ਨ ਤੇ ਆਉਂਦੇ ਆ, ਬਹੁਤ ਸਾਰੇ ਲੋਕ ਡੈਪੂਟੇਸ਼ਨ ਤੇ ਆਉਂਦੇ ਆ। ਜੇ ਇਹਨਾਂ ਦਾ ਮੈਨੂੰ ਕੋਈ I don't want to hesitate to say the honest thing, ਜੇ ਮੈਂ ਇਹਨਾਂ ਦੀ ਕੰਪੈਰੀਜ਼ਨ ਕਰਾਂ, ਈਸਟ ਇੰਡੀਆ ਕੰਪਨੀ ਦੇ ਡਾਇਰੈਕਟਰ ਹੁੰਦੇ ਸੀਗੇ ਇੰਗਲੈਂਡ ਦੇ ਵਿੱਚੋਂ ਲੱਗ ਕੇ, ਉਹ ਆਉਂਦੇ ਸੀਗੇ, ਕੋਈ 2 ਸਾਲ ਲਈ ਆਉਂਦਾ ਸੀ, ਕੋਈ 3 ਸਾਲ ਲਈ ਆਉਂਦਾ ਸੀ। ਇਸੇ ਤਰ੍ਹਾਂ ਇਹ ਕੋਈ 2 ਸਾਲ ਲਈ 3 ਸਾਲ ਲਈ ਇੱਕ ਡਿਪਾਰਟਮੈਂਟ ਦੇ ਵਿੱਚ ਆਉਂਦੇ, ਦੂਜੇ ਦੇ ਵਿੱਚ ਆਉਂਦੇ, ਤੀਜੇ ਦੇ ਵਿੱਚ ਆਉਂਦੇ ਆ। ਔਰ ਉਹ ਜਿਹੜੇ ਈਸਟ ਇੰਡੀਆ ਦੇ ਡਾਇਰੈਕਟਰ ਸੀਗੇ, ਉਹ ਲੁੱਟ-ਪੁੱਟ ਕੇ ਸਾਨੂੰ ਲੈ ਜਾਂਦੇ ਸੀ, ਹਿੰਦੁਸਤਾਨ ਨੂੰ ਲੁੱਟਣ ਆਉਂਦੇ ਸੀਗੇ। ਸੋ ਇਸੇ ਤਰ੍ਹਾਂ ਹੀ ਦੋਸਤੋ, ਇਸੇ ਤਰ੍ਹਾਂ ਹੀ ਖੰਨਾ ਸਾਹਿਬ, ਇਹ ਜਿਹੜੇ ਲੋਕ ਆ, ਇਹਨਾਂ ਦਾ ਕੰਮ ਹੈਗਾ, ਕੰਮ ਨਹੀਂ, ਦੇ ਆਰ ਨਾਟ ਪਬਲਿਕ ਸਰਵੈਂਟਸ, ਐਕਚੁਅਲੀ ਦੇ ਆਰ ਨਾਟ ਪਬਲਿਕ ਸਰਵੈਂਟਸ। ਇਹ ਤਾਂ ਇਹਨਾਂ ਦਾ ਸੈਲਫ ਇੰਟਰਸਟ ਮੋਰੇ ਹੁੰਦਾ ਆ, ਬਾਕੀ ਸਾਰੇ ਪਿੱਛੇ ਆ। ਰੇਅਰੈਸਟ ਆਫ ਰੇਅਰ ਹੋ ਸਕਦਾ ਕੋਈ ਬੰਦਾ, ਰੇਅਰੈਸਟ ਆਫ ਰੇਅਰ। ਆਪਾਂ ਇਹਨੂੰ ਉਹ ਨਹੀਂ ਕਹਿ ਸਕਦੇ ਕਿ ਬਿਲਕੁਲ ਹੀ
ਸਮਝ ਲਓ ਆਟੇ 'ਚ ਲੂਣ ਤਾਂ ਕਹਿ ਸਕਦੇ ਹਾਂ, ਵਿੱਚ ਕੋਈ ਨਾ ਕੋਈ ਬੰਦਾ ਮਿਲ ਜਾਵੇ ਇਹੋ ਜਿਹਾ ਵੀ ਜਿਹੜਾ ਰੀਅਲੀ ਓਨੈਸਟ ਹੋਵੇ, ਪਰ ਬਾਈ ਐਂਡ ਲਾਰਜ देयर इज नो ऑनेस्टी एट ऑल इन द ब्यूरोक्रेसी। ਸੋ ਫਿਰ ਕਿਸ ਤਰ੍ਹਾਂ ਕੰਟਰੋਲ ਕਰਾਂਗੇ ਸਰ, ਕਿਉਂਕਿ ਚੱਲਣਾ ਤਾਂ ਕੰਮ ਇਹਨਾਂ ਦੇ ਸਿਰ ਤੇ ਹੈ, ਚਲਾਉਣਾ ਕੰਮ ਇਹਨਾਂ ਨੇ ਹੈ, ਇਹ ਥੋੜੇ ਜਿਹੇ ਵਿਧਾਇਕ ਕੀ ਕਰ ਸਕਣਗੇ? ਬਿਲਕੁਲ ਠੀਕ ਗੱਲ ਹੈ, ਇਹ ਸਾਰੇ ਨਵੇਂ ਆ, ਇਹ ਸਾਰੀ ਜਿਹੜੀ ਆਮ ਪਾਰਟੀ ਜਿਹੜੀ ਆਈ ਆ ਇਹ ਬਿਲਕੁਲ ਨਵੀਂ ਆ। ਇਹਨਾਂ ਨੂੰ ਚਾਹੇ ਗਾਈਡਲਾਈਨਸ ਭਾਵੇਂ ਉੱਪਰੋਂ ਮਿਲਦੀਆਂ ਚਾਹੇ ਨਹੀਂ ਮਿਲਦੀਆਂ, ਇਟ ਇਜ਼ ਵੈਰੀ ਡਿਫਿਕਲਟ ਜੌਬ, ਬਹੁਤ ਡਿਫਿਕਲਟ ਜੌਬ ਆ। ਕਿਉਂਕਿ ਇੱਕ ਚੀਜ਼ ਹੋਰ ਵੀ ਹੈ ਨਾਲ, ਇਹਦੇ ਵਿੱਚ ਵੀ ਆਪਾਂ ਨੂੰ ਕੋਈ ਸੱਚਾਈ ਛੁਪਾਉਣ ਦੀ ਮਨਸ਼ਾ ਨਹੀਂ ਹੁੰਦੀ ਹੈਗੀ। ਇਹਨਾਂ ਦੇ ਵਿੱਚ ਵੀ ਵਿਧਾਇਕ ਜਿਹੜੇ ਆ ਉਹ ਵੀ ਘੱਟ ਨਹੀਂ ਹੈਗੇ। ਇਹ ਸਾਰੇ ਬੰਦੇ ਜੇ ਆਪਾਂ ਕਹੀਏ ਵੀ ਸਾਰੇ ਦੁੱਧ ਧੋਤੇ ਹੋ ਆ ਗਏ ਆ, ਇਹ ਵੀ ਗੱਲ ਗਲਤ ਆ। ਬਹੁਤ ਸਾਰੇ ਬੰਦੇ ਇਹਨਾਂ ਵਿੱਚ ਵੀ ਥੋੜੇ ਕਰਪਟ ਬੰਦੇ ਆ, ਜਿਨ੍ਹਾਂ ਨੇ ਕਰਪਸ਼ਨ ਦੇ ਨਾਲੇ ਪੈਸਾ ਪਹਿਲਾਂ ਬਣਾਇਆ, ਹੁਣ ਵੀ ਹੋਈ ਆ। ਕਿਉਂਕਿ ਜਿਹਨੂੰ ਖੂਨ ਮੂੰਹ ਲੱਗ ਗਿਆ ਉਹ ਕਿੱਦਾਂ ਹਟ ਜਾਊਗਾ? ਸੋ ਇਹ ਡਿਫਿਕਲਟ ਜੌਬ ਆ ਕਰਪਸ਼ਨ ਨੂੰ ਰਿਮੂਵ ਕਰਨਾ। ਤਾਂ ਇੱਕ ਆ ਥੋੜਾ ਘੱਟ ਕਰਨਾ ਵੀ ਬੜੀ ਮੁਸ਼ਕਲ ਹੈਗਾ। ਇਹ ਤਾਂ ਜੇ ਕਰਪਸ਼ਨ ਨਾ ਹੋਵੇ, ਜੇ ਕਰਪਸ਼ਨ ਖੰਨਾ ਸਾਹਿਬ ਨਾ ਹੋਵੇ, ਲੋਕਾਂ ਨੂੰ ਫੈਸਿਲਿਟੀ ਮਿਲੇ। ਹੁਣ ਜੇ ਸਪੋਜ਼ ਕਰੋ, ਹੁਣ ਜੇ ਆਪਾਂ ਬਜਟ ਬਣਨਾ, ਸਪੋਜ਼ ਕਰੋ ਬਜਟ ਦੇ ਵਿੱਚ 100 ਰੁਪਇਆ ਕਿਸੇ ਚੀਜ਼ ਲਈ ਰੱਖਿਆ, ਹੁਣ ਜੇ 100 ਉਹ ਥੱਲੇ ਲੋਕਾਂ ਤੱਕ ਪਹੁੰਚ ਜਾਵੇ ਕਿਸੇ ਚੀਜ਼ ਲਈ, ਚਾਹੇ ਹੈਲਥ ਸਰਵਿਸ ਹੈ, ਐਜੂਕੇਸ਼ਨ ਸਰਵਿਸ ਹੈ, ਜਾਂ ਇਰੀਗੇਸ਼ਨ ਹੈ, ਜਾਂ ਕਿਸੇ ਤਰ੍ਹਾਂ ਹੈਗਾ, ਲੋਕਾਂ ਨੂੰ ਫੈਸਿਲਿਟੀ ਮਿਲੇ ਉਸ ਚੀਜ਼ ਦੀ। ਪਰ ਉਹ ਤਾਂ 100 ਦੇ ਵਿੱਚੋਂ ਸਾਡੇ ਪ੍ਰਾਈਮ ਮਿਨਿਸਟਰ ਪੁਰਾਣੇ ਨੇ, ਜੇ ਰਾਜੀਵ ਗਾਂਧੀ ਨੇ ਕਿਹਾ ਸੀਗਾ ਕਿ 15 ਪੈਸੇ ਪਹੁੰਚਦੇ ਆ। ਇਸੇ ਤਰ੍ਹਾਂ ਹੀ ਉਹ ਟ੍ਰੈਂਡ ਹਜੇ ਖਤਮ ਨਹੀਂ ਹੋਇਆ, ਚੱਲਦਾ ਆ। ਇਹ ਮੈਂ ਨਹੀਂ ਸਮਝਦਾ ਕਿ ਲੋਕ ਇਸ ਚੀਜ਼ ਦੇ ਵਿੱਚ ਕਾਮਯਾਬ ਹੋਣਗੇ। ਮਾਨਯੋਗ ਅਦਾਲਤਾਂ ਕੋਰਟਾਂ ਦੇ ਵਿੱਚ ਫੈਸਲੇ ਕਰਦੀਆਂ ਨੇ, ਹਿਦਾਇਤਾਂ ਦਿੰਦੀਆਂ ਨੇ, ਉਹਨਾਂ ਦੀ ਹਿਦਾਇਤ ਲਾਗੂ ਨਹੀਂ ਹੁੰਦੀ, ਉਹਨਾਂ ਦਾ ਫੈਸਲਾ ਲਾਗੂ ਨਹੀਂ ਹੁੰਦਾ। ਇਹ ਕੌਣ ਲੋਕ ਨੇ ਜਿਹੜੇ ਉਸ ਹਿਦਾਇਤ ਨੂੰ ਅਪਲਾਈ ਹੋਣ ਤੋਂ ਰੋਕਦੇ ਨੇ, ਲਾਗੂ ਹੋਣ ਤੋਂ ਰੋਕਦੇ ਨੇ, ਕੋਰਟਾਂ ਦੇ ਫੈਸਲੇ ਨੂੰ ਲਾਗੂ ਹੋਣ ਤੋਂ ਰੋਕਦੇ ਨੇ, ਸਿਸਟਮ ਨੂੰ ਠੀਕ ਹੋਣ ਤੋਂ ਰੋਕਦੇ ਨੇ? ਕੌਣ ਲੋਕ ਨੇ ਖੋਸਲਾ ਸਾਹਿਬ? ਇਹ ਮੈਂ ਪਹਿਲਾਂ ਹੀ ਅਰਜ਼ ਕੀਤੀ ਹੈ ਜੀ, ਇਹ ਇੱਕ ਨੈਕਸਸ ਬਣਿਓ, ਨੈਕਸਸ ਉੱਪਰ ਤੋਂ ਥੱਲੇ। ਹਾਂ, ਨੈਕਸਸ ਉੱਪਰ ਤੋਂ ਥੱਲੇ, ਥੱਲੇ ਤੋਂ ਈਵਨ ਕੋਰਟ ਦੇ ਜੱਜ। ਆਪਾਂ ਨੂੰ ਕੀ ਕੋਈ ਹਰਜਾ ਕਹਿਣ ਦਾ? ਕੋਰਟ ਦੇ ਜੱਜ ਵੀ ਇੰਪਲੀਮੈਂਟ ਸਹੀ ਤਰ੍ਹਾਂ ਗੱਲ ਨਹੀਂ ਕਰਦੇ। ਅਸੀਂ ਰੋਜ਼ ਪੜ੍ਹਦੇ ਹਾਂ ਖਬਰਾਂ ਵੀ ਕੋਰਟ ਦੇ ਜੱਜ ਵੀ, ਹਾਈ ਕੋਰਟ, ਸੁਪਰੀਮ ਕੋਰਟ ਦੇ ਜਿਹੜੇ ਥੱਲੇ ਦੇ ਫੈਸਲੇ ਉਹ ਨਹੀਂ ਇੰਪਲੀਮੈਂਟ ਹੁੰਦੇ ਡਾਇਰੈਕਟ। ਸੋ ਕਈ ਵਾਰੀ ਉਹ ਸਾਲਾਂ ਬੱਧੀ ਫਿਰ ਲੱਗ ਜਾਂਦੇ ਆ, ਜਾਂ ਉਹੀ ਗਾਈਡ ਕਰਨ ਵਾਲੇ ਵੀ ਹੁੰਦੇ ਆ, ਤੁਸੀਂ ਇਸ ਤਰ੍ਹਾਂ ਕਰਦੇ ਹੋ, ਤੁਸੀਂ ਇਸ ਤਰ੍ਹਾਂ ਕਰਦੇ ਹੋ। ਸੋ ਇਸ ਕਰਕੇ ਚਾਹੇ ਹਾਈ ਕੋਰਟਾਂ, ਸੁਪਰੀਮ ਕੋਰਟਾਂ ਬਹੁਤ ਅੱਜ ਦੀਆਂ ਇਹ, ਆਪਾਂ ਆਜ਼ਾਦੀ ਦੇ ਵਿੱਚ 70-75 ਸਾਲ ਹੋ ਗਏ ਆ, ਔਰ ਜੇ ਮਤਲਬ ਇਹਨਾਂ ਦੇ ਫੈਸਲੇ ਵੀ ਸਾਰੀ ਤਰ੍ਹਾਂ ਲਾਗੂ ਹੁੰਦੇ ਤਾਂ ਅੱਜ ਕਰਪਸ਼ਨ ਘੱਟ ਹੁੰਦੀ। ਪਰ ਅੱਜ ਤਾਂ ਸਾਡੇ ਕਰਪਸ਼ਨ ਬਲੱਡ 'ਚ ਵੜ ਗਈ ਆ। ਜੇ ਇਹਨੂੰ ਡਾਇਲਿਸਿਸ ਕਰੀਏ ਤਦ ਵੀ ਨਿਕਲਣੀ ਨਹੀਂ ਹੈਗੀ ਇਹ ਤਾਂ। ਸੋ ਇਹ ਇਟ ਇਜ਼ ਨਾਟ ਐਨ ਈਜ਼ੀ ਜੌਬ ਵਾਟ ਆਈ ਫੀਲ। ਬਿਲਕੁਲ, ਕਰਪਸ਼ਨ ਸਾਡੇ DNA 'ਚ ਵੜ ਗਈ ਹੈ ਜੀ, ਬਲੱਡ ਤੋਂ ਅੱਗੇ ਜਾ ਚੁੱਕੀ ਹੈ। ਸੋ ਇੱਕ ਮੈਂ ਹਿਊਮੈਨਿਟੇਰੀਅਨ ਗਰਾਊਂਡ ਦੇ ਉੱਤੇ ਸਵਾਲ ਕਰ ਰਿਹਾ। ਅਸੀਂ ਬਾਬਾ ਨਾਨਕ ਦੀ ਧਰਤੀ ਤੇ ਰਹਿੰਦੇ ਹਾਂ, ਪੰਜਾਬ ਦੇ ਵਿੱਚ। ਅਸੀਂ ਆਪਣੇ ਆਪ ਨੂੰ ਬਾਬਾ ਨਾਨਕ ਦਾ ਬੱਚਾ ਕਹਿੰਦੇ ਹਾਂ, ਤਾਂ ਸਾਨੂੰ ਆਪਣੇ ਕੀਤੇ ਹੋਏ ਕਾਲੇ ਕੰਮਾਂ ਦੇ ਉੱਤੇ ਸ਼ਰਮ ਨਹੀਂ ਆਉਂਦੀ ਕਿ ਅਸੀਂ ਕੀ ਕੰਮ ਕਰਦੇ ਪਏ ਹਾਂ? ਇਨਸਾਨ ਹੋਣ ਦੇ ਨਾਤੇ ਇੱਦਾਂ ਦੇ ਕੰਮ ਕਰਦੇ ਹਾਂ, ਅਸੀਂ ਇਨਸਾਨ ਹੋਣ ਦੇ ਲਾਇਕ ਹਾਂ, ਅਸੀਂ ਇਨਸਾਨ ਕਹਿਲਾਉਣ ਦੇ ਲਾਇਕ ਹਾਂ। ਸਾਨੂੰ ਸ਼ਰਮ ਨਹੀਂ ਆਉਂਦੀ ਕਿ ਬਾਬਾ ਨਾਨਕ ਦੀ ਧਰਤੀ ਦੇ ਉੱਤੇ ਅਸੀਂ ਕਿੱਦਾਂ ਦੇ ਕਾਲੇ ਕੰਮ ਕਰਦੇ ਪਏ ਹਾਂ? ਮੇਰੀ ਬੇਨਤੀ ਇਹ ਆ ਵੀ ਜਿਹੜਾ ਬੰਦਾ ਕੰਮ ਕਰਦਾ ਆ ਕਾਲਾ, ਜਿਹੜੀ ਤੁਸੀਂ ਗੱਲ ਕੀਤੀ ਆ, ਉਹ ਤਾਂ ਸੋਚ ਕੇ ਹੀ ਕਰਦਾ ਹੈ। ਉਹਨੂੰ ਪਤਾ ਆ ਸਾਰੀ ਗੱਲ ਦਾ ਵੀ ਮੈਂ ਕਾਲਾ ਕੰਮ ਕਰ ਰਿਹਾ ਹਾਂ, ਮੈਂ ਕਰਪਸ਼ਨ ਕਰ ਰਿਹਾ ਹਾਂ, ਮੈਂ ਬੇਈਮਾਨੀ ਧੋਖਾ ਕਰ ਰਿਹਾ ਹਾਂ, ਮੈਂ ਮੋਰਲ ਟਰਬਿਊਟ ਦੇ ਵਿੱਚ ਵੀ ਫਿੱਟ ਨਹੀਂ ਹੁੰਦਾ ਹੈਗਾ ਹਰ ਪਾਸੇ। ਉਹ ਤਾਂ ਜਦ ਦੇਖਦਾ, ਸਮਝਦਾ, ਸਭ ਕੁਝ ਕਰਦਾ ਹੈ, ਉਹਨੂੰ ਸਭ ਪਤਾ ਹੈ ਵੀ ਗੁਰੂ ਨਾਨਕ ਦੇਵ ਜੀ ਨੇ ਇਹ ਕਿਹਾ ਸੀਗਾ, ਜਾਂ ਹੋਰ ਸਾਡੇ ਪੀਰ ਪੈਗੰਬਰ ਜਿਨ੍ਹਾਂ ਨੇ ਬਹੁਤ ਸਾਰੀਆਂ ਸਾਨੂੰ ਸਿੱਖਿਆਵਾਂ ਦਿੱਤੀਆਂ, ਉਹਨਾਂ ਨੂੰ ਪਤਾ ਹੁੰਦਾ ਹੈ। ਉਹ ਸਾਰਾ ਵਾਇਲੇਟ ਕਰਕੇ ਸਭ ਕੁਝ ਚੈਨਲ ਨੂੰ, ਉਸ ਨੂੰ ਵਾਇਲੇਟ ਕਰਕੇ ਅੱਗੇ ਜਾਂਦੇ ਆ ਔਰ ਭ੍ਰਿਸ਼ਟ ਕੰਮ ਕਰਦੇ ਆ, ਜਿਹਦੇ ਵਿੱਚ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿਸੇ ਚੀਜ਼ ਦਾ। ਨਹੀਂ ਉਹ ਰਹਿਦਰ ਲੋਕਾਂ ਨੂੰ ਵੀ, ਜੇ ਕੋਈ ਬੰਦਾ ਕੰਮ ਦੀ ਗੱਲ ਕਰਦਾ ਆ, ਮੈਂ ਜਨ ਸਧਾਰਨ ਦੀ ਗੱਲ ਕਰਦਾ, ਜੇ ਕੋਈ ਬੰਦਾ ਕੰਮ ਦੀ ਗੱਲ ਵੀ ਕਰਦਾ ਆ, ਉਹਨੂੰ ਵੀ ਉਹ ਕਹਿੰਦੇ ਆ ਛੱਡ, ਤੈਨੂੰ ਨਹੀਂ ਪਤਾ, ਤੂੰ ਤਾਂ ਪਾਗਲ ਬੰਦਾ ਹੈ, ਤੇ ਉਹਨੂੰ ਸੈਟੀਸਫਾਈਡ ਕਰ ਦਿੰਦੇ ਉਸੇ ਵੇਲੇ। ਸੋ ਉਹਨਾਂ ਦਾ ਤਾਂ ਦੇ ਆਰ ਪ੍ਰੋਫੈਸ਼ਨਲਸ, ਕੋਈ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਹੈਗੀਆਂ। ਦੇ ਆਰ ਪ੍ਰੋਫੈਸ਼ਨਲ। ਉਹਨਾਂ ਨੂੰ ਇਸ ਚੀਜ਼ ਦੀ ਕੋਈ ਸਿੱਖਿਆ, ਓਨੈਸਟੀ ਜਾਂ ਕੋਈ ਇਹੋ ਜਿਹੀ ਚੀਜ਼ ਦੀ ਕੋਈ ਉਹਨਾਂ ਨੂੰ ਅਹਿਮੀਅਤ ਹੀ ਨਹੀਂ ਹੈਗੀ। ਉਹਨਾਂ ਨੇ ਦੇ ਵਾਂਟ ਟੂ ਇੰਡਲਜ ਇਨ ਆਲ ਥੀਸ ਐਂਟੀ ਐਕਟੀਵਿਟੀ, ਐਥੀਕਲ ਐਕਟੀਵਿਟੀਜ਼, ਉਹਦੇ ਵਿੱਚ ਲੱਗੇ ਰਹਿੰਦੇ ਹੈਗੇ। ਉਹਨਾਂ ਦਾ ਤਾਂ ਕੰਮ ਹੈ ਇਹ। ਉਹਨਾਂ ਨੂੰ ਇਸ ਚੀਜ਼ ਦਾ ਨਹੀਂ ਹੈਗਾ ਗੁਰੂ ਨਾਨਕ ਦੇਵ ਜੀ ਨੇ ਕੀ ਕਿਹਾ ਸੀ, ਗੁਰੂ ਗੋਬਿੰਦ ਸਿੰਘ ਜੀ ਨੇ ਕੀ ਕਿਹਾ ਸੀ, ਰਾਮਚੰਦਰ ਨੇ ਕੀ ਕਿਹਾ ਸੀ, ਜਾਂ ਹੋਰ ਨਾ ਸਾਡੇ
ਪੀਰਾਂ ਨੇ ਕੀ ਕਿਹਾ ਸੀਗਾ, ਨਾ ਨਾ ਨਾ, they are not concerned with all these things, they are concerned with their mission to earn more and more, profit is the motive, that's all। ਬਿਲਕੁਲ, ਨਸ਼ਿਆਂ ਦਾ ਹੀ ਵਪਾਰ ਕਰਨ ਵਾਲੇ, ਨਸ਼ਿਆਂ ਦੇ ਤਸਕਰ, ਪਤਾ ਨਹੀਂ ਕਿਸ ਤਰ੍ਹਾਂ ਦੀ ਸੋਚ ਦੇ ਮਾਲਕ, ਕਿਸ ਤਰ੍ਹਾਂ ਦੇ ਇਨਸਾਨ ਨੇ, ਬਿਲਕੁਲ, ਸੋਚ ਆਪਣੇ ਦੇ ਕੋਲ ਮਾਲਕ ਮਾਫੀਆ ਕਿਸ ਚੱਲ- ਤਰ੍ਹਾਂ ਦੇ ਇਨਸਾਨ ਨੇ। ਬਿਲਕੁਲ ਸਹੀ ਗੱਲ ਹੈ, ਫਿਰਦਾ ਬਿਲਕੁਲ ਸਹੀ ਸਾਹਿਬ ਗੱਲ ਹੈ। ਆਪਣੇ ਕੋਲ ਇਹ ਚੱਲਦਾ ਪਿਆ ਮਾਫੀਆ ਸਿਸਟਮ। ਉਹ ਕਿਤੇ ਦੇਖੋ, ਇੱਕ ਚੀਜ਼ ਮੈਂ ਤੁਹਾਨੂੰ ਹੋਰ ਐਡ ਕਰਦੇ ਹਾਂ ਗੱਲ, ਅਜੇ ਭਾਵੇਂ ਅਸੀਂ ਇਸ ਚੀਜ਼ ਨੂੰ ਮੰਨਦੇ ਹਾਂ ਕਿ ਮਾਨ ਸਾਹਿਬ ਨੂੰ ਥੋੜਾ ਟਾਈਮ ਹੋਇਆ, ਪਰ ਮਾਫੀਆ ਦੇ ਵਿੱਚ ਤਾਂ ਕੋਈ ਗਿਰਾਵਟ ਨਹੀਂ ਆਈ ਹੈ। ਮਾਫੀਆ ਤਾਂ ਉਸੇ ਤਰ੍ਹਾਂ ਚੱਲਦਾ, ਚਾਹੇ ਉਹ ਸੈਂਡ ਮਾਫੀਆ ਆ, ਚਾਹੇ ਉਹ ਫੀਮ ਮਾਫੀਆ ਆ, ਚਾਹੇ ਕੋਈ ਜਿਕਰ ਮਾਫੀਆ ਹੈ, ਉਹ ਤਾਂ ਟਰਾਂਸਪੋਰਟ ਮਾਫੀਆ ਆ, ਦੇਖ ਲਓ ਉਸੇ ਤਰ੍ਹਾਂ ਚੱਲਦੇ ਪਏ ਆ। ਸਾਰਾ ਹੀ ਕੁਝ ਐਜ਼ ਇਟ ਇਜ਼ ਅਜੇ ਚੱਲ ਰਿਹਾ ਆ, ਕੁਝ ਚੇਂਜ ਨਹੀਂ ਹੋਈ ਹੈਗੀ ਸਿਵਾਏ ਦੋ ਚਾਰ ਸਟੇਟਮੈਂਟਸ। ਬਿਲਕੁਲ, ਕਹਿੰਦੇ ਨੇ ਕਿ ਜੋ ਨਹੀਂ ਜਾਣਦਾ ਉਹਨੇ ਕੀ ਕੀਤਾ, ਉਹ ਮਾਸੂਮ ਹੈ, ਨਾਦਾਨ ਹੈ, ਉਹਨੇ ਗਲਤੀ ਵਿੱਚ ਕੋਈ ਪਾਪ ਕਰ ਦਿੱਤਾ, ਉਹਨੂੰ ਮਾਫ ਕਰ ਦੇਣਾ ਚਾਹੀਦਾ। ਪਰ ਜੋ ਜਾਣਦਾ ਹੈ ਉਹ ਕੀ ਕਰ ਰਿਹਾ, ਔਰ ਜਾਣਬੁੱਝ ਕੇ ਕਰ ਰਿਹਾ, ਔਰ ਪੂਰੀ ਪਲੈਨਿੰਗ ਨਾਲ, ਪੂਰੀ ਯੋਜਨਾ ਦੇ ਨਾਲ ਕਰ ਰਿਹਾ ਹੈ, ਉਹ ਨਾਦਾਨ ਨਹੀਂ ਹੈ, ਉਹ ਮਾਸੂਮ ਨਹੀਂ ਹੈ, ਉਹ ਕ੍ਰਿਮੀਨਲ ਹੈ, ਸੋਸਾਇਟੀ ਦਾ ਕ੍ਰਿਮੀਨਲ ਹੈ, ਕਾਨੂੰਨ ਦਾ ਕ੍ਰਿਮੀਨਲ ਹੈ, ਔਰ ਉਸ ਨੂੰ ਕਾਨੂੰਨ ਦੇ ਅੰਡਰ ਟਰਾਇਲ ਹੋਣਾ ਚਾਹੀਦਾ ਹੈ। ਉਹਨੂੰ ਸੋਸਾਇਟੀ ਨੂੰ ਫੜ ਲੈਣਾ ਚਾਹੀਦਾ ਕਿ ਤੂੰ ਐਂਟੀ ਸੋਸ਼ਲ ਐਲੀਮੈਂਟ ਹੈ। ਸੋ ਇਹ ਸਾਰੀਆਂ ਗੱਲਾਂ ਹੁੰਦੀਆਂ ਨੇ। ਸੋ ਇੱਕ ਬਰੀਫ ਆਨਸਰ ਮੈਂ ਤੁਹਾਡੇ ਕੋਲੋਂ ਚਾਹੁੰਦਾ, ਕੀ ਲੱਗਦਾ ਤੁਹਾਨੂੰ ਫਿਊਚਰ ਪੰਜਾਬ ਦਾ ਤੇ ਪੰਜਾਬ ਵਾਸੀਆਂ ਦਾ ਮਾਨ ਸਾਹਿਬ ਦੀ ਸਰਕਾਰ ਦੇ ਹੱਥਾਂ ਦੇ ਵਿੱਚ? ਦੇਖੋ ਜੀ, ਅਜੇ ਤੱਕ ਤਾਂ ਮਾਨ ਸਾਹਿਬ ਦਾ ਫਿਊਚਰ ਐਜ਼ ਇਟ ਇਜ਼ ਹੈ। ਫਿਊਚਰ ਦੇ ਵਿੱਚ ਕੋਈ ਦੇਅਰ ਨੋ ਚੇਂਜ ਐਟ ਆਲ। ਉਹੀ ਸਟੇਟਮੈਂਟਾਂ, ਉਹੀ ਸਭ ਕੁਝ ਆ। ਜੋ ਦੋ ਤਿੰਨ ਗੱਲਾਂ ਹੁਣ ਜਿੱਦਾਂ ਆਪਾਂ ਮਾਫੀਆ ਦੀ ਰਾਜਨੀਤੀ ਕੀਤਾ ਆ, ਰੈਦਰ ਵਧਿਆ, ਜਿਹੜੇ ਕਮਿਊਨਲ ਦੰਗੇ ਦੀ ਚਾਂਸਸ ਵਧੇ ਆ ਉਹ ਮਾਨ ਸਾਹਿਬ ਦੇ ਰਾਜ ਦੇ ਵਿੱਚ। ਮਾਨ ਸਾਹਿਬ ਉਹਨੂੰ ਪਤਾ ਨਹੀਂ ਕਿਸ ਤਰ੍ਹਾਂ ਦੇਖਦੇ ਆ, ਕਿਸ ਤਰ੍ਹਾਂ ਨਹੀਂ ਦੇਖਦੇ ਹੈਗੇ। ਕਮਿਊਨਲ ਤੁਸੀਂ ਵੀ ਦੇਖਿਆ, ਪਟਿਆਲੇ ਦੇ ਕਮਿਊਨਲ ਦੰਗੇ ਦੇਖੇ ਆ ਹੁਣ ਜਿਹੜਾ ਆ ਚੰਡੀਗੜ੍ਹ ਦੇ ਵਿੱਚ ਹੋਇਆ, ਜਾਂ ਹੋਰ ਆਲੇ ਦੁਆਲੇ ਤਰਨਤਾਰਨ ਦੇ ਵਿੱਚ, ਇਹ ਵੱਧ ਰਹੇ ਆ। ਸੋ ਇਸ ਕਰਕੇ ਅਸੀਂ ਕੋਈ ਫਿਊਚਰ ਇਹਨਾਂ ਦਾ ਬਹੁਤਾ ਵਧੀਆ ਨਹੀਂ ਦੇਖ ਸਕਦੇ, ਲੋਕਾਂ ਪੱਖੀ ਨਹੀਂ ਬਹੁਤਾ ਵਧੀਆ ਦੇਖ ਸਕਦੇ। ਜਿੰਨੀਆਂ ਲੋਕਾਂ ਨੇ ਇਹਨਾਂ ਦੇ ਉੱਤੇ ਆਸ਼ਾਵਾਂ ਰੱਖੀਆਂ ਸੀਗੀਆਂ, ਉਹਨਾਂ ਅਜੇ ਕੋਈ ਕੰਮ ਨਹੀਂ ਹੋਇਆ ਜਿੰਨਾ ਹੋਣਾ ਚਾਹੀਦਾ ਸੀ। ਪੰਜਾਬ ਵਾਸੀ ਮਜ਼ਬੂਤ ਨੇ, ਪੰਜਾਬ ਵਾਸੀਆਂ ਦੀ ਸੋਚ ਮਜ਼ਬੂਤ ਹੈ, ਔਰ ਕੋਈ ਵੀ ਫਿਰਕਾ ਪ੍ਰਸਤੀ ਫੈਲਾਉਣਾ ਚਾਹੇਗਾ ਪੰਜਾਬ ਦੇ ਮਾਹੌਲ ਦੇ ਅੰਦਰ ਤਾਂ ਉਹਨੂੰ ਕਾਮਯਾਬੀ ਨਹੀਂ ਮਿਲਣੀ, ਕਿਉਂਕਿ ਪੰਜਾਬ ਦੇ ਲੋਕਾਂ ਨੇ ਉਹਨੂੰ ਕਾਮਯਾਬ ਨਹੀਂ ਹੋਣ ਦੇਣਾ। ਕਿਉਂਕਿ ਪੰਜਾਬ ਦੇ ਲੋਕ ਜਾਣਦੇ ਨੇ ਕਿ ਅਸੀਂ ਬੜਾ ਸੰਤਾਪ ਹੰਡਾਇਆ ਹੈ। ਹੁਣ ਅਸੀਂ ਹੁਣ ਮਜ਼ਬੂਤ ਹੋ ਕੇ, ਜ਼ੋਰ ਨਾਲ ਅਸੀਂ ਹੁਣ ਮਜ਼ਬੂਤ ਹੋ ਕੇ ਆਪਣੇ ਮਜ਼ਬੂਤ ਵਿਚਾਰਾਂ ਦੇ ਨਾਲ, ਆਪਣੇ ਮਜ਼ਬੂਤ ਕਿਰਦਾਰ ਦੇ ਨਾਲ ਖੜੇ ਹੋਵਾਂਗੇ ਤੇ ਪੰਜਾਬ ਨੂੰ ਤੇ ਪੰਜਾਬ ਵਾਸੀਆਂ ਨੂੰ ਹਮੇਸ਼ਾ ਹੀ ਸੰਦੇਸ਼ ਜਾਂਦਾ ਹੈ ਗੁਰੂਆਂ ਪੀਰਾਂ ਦੀ ਧਰਤੀ ਤੋਂ ਕਿ ਸਟਰੋਂਗ ਹੋ ਕੇ, ਮਜ਼ਬੂਤ ਹੋ ਕੇ ਖੜੇ ਹੋ ਜਾਓ। ਤੁਸੀਂ ਸਭ ਕੁਝ ਕਰ ਸਕਦੇ ਹੋ, ਤੁਸੀਂ ਇਕਜੁੱਟ ਹੋ ਜਾਓ ਤਾਂ ਵਾਕਈ ਖੋਸਲਾ ਸਾਹਿਬ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਸਕਦੇ ਹਾਂ। ਜ਼ਰੂਰਤ ਹੈ ਸਾਨੂੰ ਇਕਜੁੱਟ ਹੋਣ ਦੀ, ਜ਼ਰੂਰਤ ਹੈ ਏਕੇ ਦੀ। ਮੈਂ ਠੀਕ ਕਹਿ ਰਿਹਾ ਸਰ? ਬਿਲਕੁਲ। 1 ਮਿੰਟ ਬਸ, ਤੁਹਾਡਾ ਸ਼ਾਇਦ ਟਾਈਮ ਖਤਮ ਹੋ ਰਿਹਾ। 1 ਮਿੰਟ ਦੇ ਵਿੱਚ ਮੈਂ ਆਪਣੀ ਗੱਲ ਹੋਰ ਖਤਮ ਕਰੂੰਗਾ। ਜਿਹੜਾ ਪਟਿਆਲੇ ਦੀ ਘਟਨਾ ਹੋਈ ਹੈ, ਆਪਾਂ ਸਾਰਿਆਂ ਨੇ ਦੇਖਿਆ। ਪਟਿਆਲੇ ਦੀ ਘਟਨਾ ਇੱਕ ਮਿਲੀ ਭਗਤ ਸੀਗੀ। ਪਟਿਆਲੇ ਦੀ ਘਟਨਾ ਜਿਹੜੀ ਆ, ਹਿੰਦੂ ਔਰ ਸਿੱਖਾਂ ਦਾ ਫਸਾਦ ਕਰਵਾਉਣਾ। ਪਹਿਲੀ ਗੱਲ ਤਾਂ ਉਹਦੇ ਵਿੱਚ ਇੰਟੈਲੀਜੈਂਸ ਏਜੰਸੀਆਂ ਜਿਹੜੀਆਂ ਸਾਡੀਆਂ ਫੇਲ ਹੋ ਗਈਆਂ ਪੂਰੀ ਤਰ੍ਹਾਂ, ਕਿਉਂਕਿ ਉਸ ਬੰਦੇ ਨੇ ਜਿਹੜਾ ਸਿੰਗਲਾ ਸੀਗਾ, ਉਹਨੇ 10 ਦਿਨ ਦਾ ਨੋਟਿਸ ਦਿੱਤਾ ਸੀਗਾ ਕਿ ਮੈਂ ਇਹ ਕਰਨਾ ਹੈ, ਜੋ ਕੁਝ ਵੀ ਉਹਨੇ ਕਰਨਾ ਸੀਗਾ। ਹੁਣ ਮੈਂ ਬਰੀਫ ਦੇ ਵਿੱਚ ਗੱਲ ਕਰ ਰਿਹਾ ਹਾਂ। ਉਹਨੇ 10 ਦਿਨ ਦਾ ਨੋਟਿਸ ਦਿੱਤਾ। ਇੰਟੈਲੀਜੈਂਸ ਬੋਡੀਜ਼ ਜਿਹੜੀਆਂ ਸੀਗੀਆਂ ਸਾਰੀਆਂ ਕੁਝ ਨਹੀਂ ਕੀਤਾ। ਉੱਥੇ ਹੋਇਆ ਦੰਗਾ ਫਸਾਦ ਹੋਇਆ। ਉਹ ਸਾਡੀ ਖੁਸ਼ਕਿਸਮਤੀ ਆ ਕਿ ਕੋਈ ਇੰਨਾ ਨੁਕਸਾਨ ਜਾਨੀ ਮਾਲੀ ਨਹੀਂ ਹੋਇਆ। ਦੂਜੀ ਗੱਲ ਜਿਹੜੀ ਤੁਸੀਂ ਕਹੀ ਆ, ਮੈਂ ਉਹਨੂੰ ਬੜੇ 100% ਸਪੋਰਟ ਕਰਦਾ। ਉੱਥੇ ਲੋਕ ਜਿਹੜੇ ਇਕੱਠੇ ਹੋਏ ਆ ਬਾਅਦ ਦੇ ਵਿੱਚ, ਹਿੰਦੂ ਤੇ ਮੁਸਲਮਾਨ, ਹਿੰਦੂ ਤੇ ਸਿੱਖ ਦੋਏ ਕਮਿਊਨਿਟੀਜ਼ ਨੇ ਇੱਕ ਸਾਂਝਾ ਜਲੂਸ ਕੱਢਿਆ ਔਰ ਸਾਂਝਾ ਐਕਸ਼ਨ ਲਿਆ, ਜਿਹਨੇ ਉਹ ਜਿਹੜੀਆਂ ਤਾਕਤਾਂ ਸੀਗੀਆਂ, ਚਾਹੇ ਉਹ ਹਿੰਦੂ ਦਾ ਸ਼ਿਵ ਸੈਨਾ ਦੀ ਤਾਕਤ ਸੀਗੀ, ਚਾਹੇ ਉਹ ਸਿੱਖਾਂ ਦੀ ਤਾਕਤ ਸੀਗੀ, ਚਾਹੇ ਕਿਸੇ ਦੀ ਤਾਕਤ ਸੀਗੀ, ਉਹਨਾਂ ਨੇ ਥਵਾੜ ਕਰਕੇ ਰੱਖਤੀ ਹੈ। ਉਹਨਾਂ ਨੇ ਉਹਨੂੰ ਵਧਣ ਨਹੀਂ ਦਿੱਤਾ, ਕਿਉਂਕਿ ਸਾਡਾ ਖੰਨਾ ਸਾਹਿਬ ਤਜਰਬਾ 10 ਸਾਲਾਂ ਦਾ, 11 ਸਾਲਾਂ ਦਾ, ਜਦ ਅਸੀਂ ਟੈਰਰਿਜ਼ਮ ਹਟਾਇਆ ਆ, ਬਹੁਤ ਬੁਰੀ ਤਰ੍ਹਾਂ ਹਟਾਇਆ, ਬਹੁਤ ਨੁਕਸਾਨ ਹੋਇਆ ਸਾਡਾ। ਲੋਕਾਂ ਨੇ ਦੇਖਿਆ ਉਸ ਚੀਜ਼ ਨੂੰ ਚੰਗੀ ਤਰ੍ਹਾਂ, ਔਰ ਉਸ ਸਬਕ ਤੇ ਲੈਂਦੇ ਹੁੰਦੇ ਆ ਲੋਕ। ਉੱਥੇ ਜਿਹੜੀ ਤੁਸੀਂ ਗੱਲ ਕਰਦੇ ਆ, ਉਹ ਬਹੁਤ ਅੱਛੀ ਤਰ੍ਹਾਂ ਫਿੱਟ ਹੋਈ। ਉੱਥੇ ਲੋਕਾਂ ਨੇ ਆਪ ਇਕੱਠੇ ਹੋ ਕੇ, ਚਾਹੇ ਸਰਕਾਰ ਕੁਝ ਕੀਤਾ ਨਹੀਂ ਕੀਤਾ, ਲੋਕਾਂ ਨੇ ਆਪ ਇਕੱਠੇ ਹੋ ਕੇ ਉਹਨਾਂ ਨੂੰ ਸਾਈਡ ਲਾਈਨ ਲਾਤਾ। ਜਿਹੜੇ ਲੋਕ ਆਏ ਸੀਗੇ ਇਹ ਕੰਮ, ਦੋਨੋਂ ਕਮਿਊਨਿਟੀ ਦੇ, ਇੱਕ ਦੇ ਨਹੀਂ ਦੋਨੋਂ ਕਮਿਊਨਿਟੀ ਦੇ ਆਏ ਸੀਗੇ, ਉਹਨਾਂ ਨੂੰ ਸਾਈਡ ਲਾਈਨ ਲਾਤਾ। ਇਹ ਲੋਕਾਂ ਦੀ ਜਿੱਤ ਹੋਈ ਆ ਉੱਥੇ। ਮੈਂ ਤਾਂ ਇਹ ਸਮਝਦਾ ਬਹੁਤ ਅੱਛੀ ਗੱਲ ਹੋਈ ਆ ਕਿ ਉਹਨੂੰ ਕਮਿਊਨਿਜ਼ਮ ਨੂੰ ਬਦਲ ਨਹੀਂ ਦਿੱਤਾ। ਬਿਲਕੁਲ ਜੀ। ਖੋਸਲਾ ਸਾਹਿਬ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਕਿ ਤੁਸੀਂ ਆਪਣੀ ਸੋਚ, ਆਪਣੇ ਐਨਾਲਿਸਿਸ ਸਾਡੇ ਨਾਲ ਸਾਂਝੇ ਕੀਤੇ ਨੇ। ਤੇ ਅਸੀਂ ਆਪਣੇ ਪਲੇਟਫਾਰਮ ਤੋਂ ਹੀ ਸੰਦੇਸ਼ ਦੇਵਾਂਗੇ ਸਭ ਨੂੰ, ਇਕੱਠੇ ਹੋ ਜਾਓ, ਇੱਕ ਹੋ ਜਾਓ, ਤਾਂ ਹੀ ਅਸੀਂ
ਇਹਨਾਂ ਸਾਰੀਆਂ ਨੈਗੇਟਿਵ ਤਾਕਤਾਂ ਦਾ ਜਵਾਬ ਦੇ ਸਕਦੇ ਹਾਂ, ਇਹਨਾਂ ਸਭ ਗਲਤ ਐਲੀਮੈਂਟਸ ਨੂੰ ਅਸੀਂ ਕਰਾਰਾ ਜਵਾਬ ਦੇ ਸਕਦੇ ਹਾਂ ਤੇ ਆਪਣੇ ਪੰਜਾਬ ਨੂੰ ਮਜ਼ਬੂਤ ਤੇ ਰੰਗਲਾ ਪੰਜਾਬ ਬਣਾ ਸਕਦੇ ਹਾਂ। ਖੋਸਲਾ ਸਾਹਿਬ, ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਔਰ ਅਸੀਂ ਆਪਣੇ ਦਰਸ਼ਕਾਂ ਦਾ ਵੀ ਸ਼ੁਕਰੀਆ ਅਦਾ ਕਰਦੇ ਹਾਂ ਕਿ ਤੁਸੀਂ ਸਾਰੇ ਪੰਜਾਬ ਚਰਚਾ ਦਾ ਹਿੱਸਾ ਬਣਦੇ ਹੋ। ਹੋਰ ਅਪਡੇਟਸ ਦੇ ਲਈ ਵੇਖਦੇ ਰਹੋ ਪੰਜਾਬ ਮੇਲ USA TV। ਸਤਿ ਸ੍ਰੀ ਅਕਾਲ ਜੀ।